ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਹੜੀ ਆਪਾਂ ਕੱਲ੍ਹ ਜਪਜੀ ਸਾਹਿਬ ਦੀ ਮੰਨੇ ਵਾਲੀ ਪੌੜੀ ਦੀ ਵਿਆਖਿਆ ਕੀਤੀ ਸੀ, ਉਸ ਤੋਂ ਅਗਲੀ ਪੌੜੀ ਜਿਹੜੀ ਹੈ ਉਹ ਪਹਿਲੀ ਪੌੜੀ ਦੀ ਵਿਆਖਿਆ ਵਾ। ਪਹਿਲੀ ਪੌੜੀ 'ਚ ਮਾਰਨ ਕਿਹਾ ਹੈ ਕਿ ਮੰਨੇ ਕੀ ਗਤ, ਉਹਦੀ ਜਿਹੜੀ ਅਵਸਥਾ ਹੁੰਦੀ ਹੈ, ਜਿਹੜੀ ਨਾਮ ਜਪਦਿਆਂ ਜਪਦਿਆਂ ਜਿਹੜੀ ਬ੍ਰਹਮ ਅਵਸਥਾ ਹੁੰਦੀ ਆ, ਸੰਤ ਪਦਵੀ ਹੁੰਦੀ ਆ, ਭਗਤ ਪਦਵੀ ਹੁੰਦੀ ਆ, ਉਹਨੂੰ ਕੋਈ ਕਾਗਦ ਕਲਮ ਨਾ ਲਿਖਣ ਹਾਰ। ਤੇ ਮੰਨੇ ਕਾ ਬੈ ਕਰਨ ਵਿਚਾਰ, ਮੰਨੇ ਕਾ ਬੈ ਕਰਨ ਵਿਚਾਰ, ਕਾਗਦ ਕਲਮ ਨਾ ਲਿਖਣ ਹਾਰ। ਕੋਈ ਨਹੀਂ ਹੈ, ਜੇ ਨਾਮ ਦੀ ਕੋਈ ਵਿਆਖਿਆ ਨਹੀਂ ਲਿਖ ਸਕਦਾ ਤੇ ਜਿੱਥੇ ਨਾਮ ਪ੍ਰਗਟ ਹੋ ਜਾਵੇ, ਜਿਹਨੂੰ ਕਹਿੰਦੇ ਨੇ ਗੁਪਤ ਨਾਮ ਪ੍ਰਗਾਝਾ, ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਝਾ। ਜਿੱਥੇ ਨਾਮ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉੱਥੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਗਿਆ ਹੈ, ਉਹਨਾਂ ਦੀ ਅਵਸਥਾ ਜੋ ਬਣਦੀ ਹੈ, ਇੱਕ ਤਾਂ ਸਾਡੀ ਅਵਸਥਾ ਵਾ ਨਾ, ਦੁੱਖਾਂ ਵਾਲੀ, ਕਲੇਸ਼ਾਂ ਵਾਲੀ, ਝਗੜਿਆਂ ਵਾਲੀ, ਕ੍ਰੋਧ ਵਾਲੀ, ਮੋਹ ਵਾਲੀ, ਹੰਕਾਰ ਵਾਲੀ, ਸਾਡੀਆਂ ਤਾਂ ਬੜੀਆਂ ਅਵਸਥਾਵਾਂ ਨੇ। ਇੱਕ ਹੁੰਦੀ ਹੈ ਸੰਤਾਂ ਦੀ ਅਵਸਥਾ, ਭਗਤਾਂ ਦੀ ਅਵਸਥਾ, ਉਹਨੂੰ ਆਨੰਦ ਵਾਲੀ ਅਵਸਥਾ ਕਹਿੰਦੇ ਨੇ। ਅਤੇ ਉਹ ਆਨੰਦ ਵਾਲੀ ਅਵਸਥਾ ਕੀ ਹੁੰਦੀ ਆ? ਉਹ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਅਤੇ ਮਹਾਰਾਜ ਕਹਿੰਦੇ ਅਗਰ ਕੋਈ ਕਹਿ ਦਿੰਦਾ ਹੈ ਅਤੇ ਉਹਨੂੰ ਜ਼ਿੰਦਗੀ 'ਚ ਪਛਤਾਵਾ ਰਹਿੰਦਾ ਹੈ, ਕਿਉਂਕਿ ਕਿਹਾ ਹੀ ਨਹੀਂ ਜਾ ਸਕਦਾ। ਜਿਹਨੂੰ ਕਿਹਾ ਹੀ ਨਹੀਂ ਜਾ ਸਕਦਾ, ਅਗਰ ਕੋਈ ਕਹਿ ਦਿੰਦਾ ਹੈ ਅਤੇ ਉਹ ਮੁੜ ਕੇ ਪਛਤਾਉਂਦਾ ਹੈ। ਜਿਸ ਤਰ੍ਹਾਂ ਪਹਿਲਾਂ ਜਪਜੀ ਸਾਹਿਬ 'ਚ ਆਇਆ ਵੀ ਜੇ ਹਉ ਜਾਣਾ ਆਖਾ ਨਾਈ। ਅਗਰ ਮੈਂ ਜਾਣ ਲਵਾਂ, ਜੇ ਮੈਂ ਉਸਨੂੰ ਜਾਣ ਵੀ ਲਵਾਂ ਤਾਂ ਮੇਰੇ ਉਹ, ਅਗਰ ਮੈਂ ਜਾਣ ਵੀ ਲਿਆ, ਜੇ ਹਉ ਜਾਣਾ ਤਾਂ ਕਹਿਣਾ ਨਹੀਂ। ਕਿਉਂ ਨਹੀਂ ਕਹਿਣਾ? ਕਹਿਣਾ ਕਥਨ ਨਾ ਜਾਈ, ਕਹਿਣਾ ਕਥਨ ਨਾ ਜਾਈ। ਉਹ ਕਹਿਣ ਕਥਨ ਤੋਂ ਬਾਹਰ ਵਾਓ। ਇੱਕ ਰੱਬ ਕਹਿਣ ਕਥਨ ਤੋਂ ਬਾਹਰ ਵਾ, ਅਤੇ ਜਿੱਥੇ ਫਿਰ ਉਹ ਅਵਸਥਾ ਬਣਦੀ ਬੰਦੇ ਦੀ, ਇਹਦੇ ਵੀ ਜੇ ਹਉ ਜਾਣਾ, ਮੈਂ ਜੇ ਰੱਬ ਨੂੰ ਜਾਣ ਲਵਾਂ ਅਤੇ ਉਹ ਮੇਰੇ ਕਹਿਣ 'ਚ ਨਹੀਂ ਆਏਗਾ। ਇਹ ਤਾਂ ਹੀ ਪਰਮੇਸ਼ਰ ਦੇ ਬਾਰੇ। ਅਤੇ ਇਹ ਆ ਜਿਹਨੇ ਨਾਮ ਨੂੰ ਮੰਨਿਆ, ਜਪਿਆ, ਸੁਣਿਆ, ਅਤੇ ਜਿਹਦੀ ਅਵਸਥਾ ਬਣ ਗਈ ਬ੍ਰਹਮ ਗਿਆਨ ਵਾਲੀ, ਅਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੁੰਦਾ ਹੈ। ਅਤੇ ਜੇ ਪਰਮੇਸ਼ਰ ਦੀ ਅਵਸਥਾ ਨਹੀਂ ਬਿਆਨ ਕੀਤੀ ਜਾ ਸਕਦੀ, ਅਤੇ ਬ੍ਰਹਮ ਗਿਆਨੀ ਦੀ ਅਵਸਥਾ ਕਿਵੇਂ ਬਿਆਨ ਕੀਤੀ ਜਾ ਸਕਦੀ ਹੈ? ਨਾਨਕ ਆ ਬ੍ਰਹਮ ਗਿਆਨੀ ਆਹ ਪਰਮੇਸ਼ਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਪਰ ਫਿਰ ਵੀ ਗੁਰੂ ਨਾਨਕ ਸਾਹਿਬ ਨੇ ਅਗਲੀ ਪੌੜੀ ਜਿਹੜੀ ਰਚੀ ਆ ਨਾ, ਉਹ ਪਹਿਲੀ ਪੌੜੀ ਦੀ ਵਿਆਖਿਆ ਵਾ। ਤੇ ਮਹਾਰਾਜ ਕਹਿੰਦੇ ਅਗਰ ਜਿਨ੍ਹਾਂ ਨੇ ਉਸ ਨਾਮ ਨੂੰ ਮੰਨਿਆ ਹੈ, ਜਿਹੜਾ ਪਹਿਲਾ ਨਾ ਮੰਨੇ ਕੀ ਗਤ, ਪਹਿਲੀ ਪੌੜੀ ਜਿਹੜੀ, ਉੱਥੇ ਨੰਨੇ ਦੇ ਉੱਤੇ ਇੱਕ ਲਾਮ ਮੰਨੇ। ਇੱਥੇ ਜਿਹੜੀ ਅਗਲੀ ਪੌੜੀ ਸ਼ੁਰੂ ਹੋਣੀ ਮੰਨੈ, ਦੋ ਲਾਵਾਂ ਨੇ। ਉਹ ਮੰਨੇ ਕੀ ਗਤ, ਜਿਨ੍ਹਾਂ ਨੇ ਮੰਨ ਲਿਆ। ਤੇ ਇੱਥੇ ਹੁਣ ਮੰਨੈ, ਮੰਨਣ ਦੇ ਨਾਲ, ਉਹ ਤੇ ਮੰਨ ਲਿਆ ਜਿਨ੍ਹਾਂ ਨੇ। ਹੁਣ ਇਹ ਮੰਨਣ ਦੇ ਨਾਲ ਕੀ ਹੋਣਾ ਹੈ, ਇੱਥੇ ਦਲਾਈਆਂ ਲੱਗ ਗਈਆਂ। ਉਹ ਹੀ ਜਿਹਨੇ ਮੰਨ ਲਿਆ, ਤੇ ਇਹ ਮੰਨਣ ਦੇ ਨਾਲ ਅਗਰ ਕੋਈ ਮੰਨ ਲਊਗਾ ਤਾਂ ਫਿਰ ਕੀ ਹੋਏਗਾ। ਕੁਝ ਨਿਸ਼ਾਨੀਆਂ ਉਹਨਾਂ ਵਿਅਕਤੀਆਂ ਦੀਆਂ ਮਹਾਰਾਜ ਨੇ ਅਗਲੀ ਪੌੜੀ 'ਚ ਅੰਕਿਤ ਕਰਨੀਆਂ ਨੇ, ਜਿਹੜੇ ਮੰਨਣਗੇ, ਜਿਹੜੇ ਮੰਨ ਰਹੇ ਨੇ। ਜਿਹੜੇ ਇੱਕ ਤੇ ਮੰਨੇ ਕੀ ਗਤ, ਉਹਦੀ ਪੂਰਨ ਅਵਸਥਾ ਤਾਂ ਨਹੀਂ ਬਿਆਨ ਕੀਤੀ ਜਾ ਸਕਦੀ, ਪਰ ਜਿਨ੍ਹਾਂ ਨੇ ਮੰਨਿਆ ਨਾ, ਜਾਂ ਜਿਹੜੇ ਮੰਨੇਗੇ, ਇੱਥੇ ਦਲਾਈਆਂ ਮੰਨੈ, ਮੰਨੈ ਕੋਈ ਮੰਨੇ, ਜਿਹੜਾ ਮੰਨੇਗਾ ਉਹਦੀਆਂ ਕੁਝ ਨਿਸ਼ਾਨੀਆਂ, ਜਿਹੜੇ ਮੰਨਣਗੇ ਨਾ, ਉਹਦੀਆਂ ਕੁਝ ਨਿਸ਼ਾਨੀਆਂ ਮਹਾਰਾਜ ਨੇ ਅੰਕਿਤ ਕੀਤੀਆਂ ਨੇ। ਕੀ ਹੋਣਾ ਹੈ ਮੰਨਣ ਦੇ ਨਾਲ? ਮੰਨੈ ਦਲਾਈਆਂ ਵਾ, ਪਹਿਲੇ ਨੰਨੇ ਨਾਲ ਇੱਕ ਲਾਂ ਸੀ, ਮੰਨੇ, ਇੱਥੇ ਦਲਾਈਆਂ ਵਾ। ਮੰਨੈ ਸੁਰਤ ਹੋਵੈ ਮਨ ਬੁੱਧ। ਇਹ ਜਿਹੜਾ ਸੁਰਤ ਸ਼ਬਦ ਵਾ ਨਾ, ਇਹ ਜਪਜੀ ਸਾਹਿਬ ਵਿੱਚ 2 ਵਾਰੀ ਆਇਆ। 3 ਵਾਰੀ ਸੁਰਤੀ ਆਇਆ ਅਤੇ 2 ਵਾਰੀ ਸੁਰਤ ਆਇਆ ਵਾ। ਸੁਰਤ 2 ਸ਼ਬਦ, ਇੱਕ ਤੇ ਇੱਥੇ ਆ ਗਿਆ। ਦੂਸਰੀ ਵਾਰੀ ਆਉਂਦਾ ਸਲਾਹੀ ਸਲਾਏ ਅਤੀ ਸੁਰਤ ਨਾ ਪਾਈਆਂ। ਸੁਰਤ ਮਾਣੇ ਸਮਝ, ਬਹੁਤ ਵੱਡਾ ਗਿਆਨ। ਜਿਹੜਾ ਮਹਾਰਾਜ ਕਹਿੰਦੇ ਮੰਨੇਗਾ, ਉਹਦੇ ਕੋਲ ਉਹ ਵਿਅਕਤੀ ਕੋਈ ਬੇਸਮਝ ਨਹੀਂ ਹੋਏਗਾ, ਗਿਆਨਵਾਨ ਹੋਏਗਾ। ਕਿਉਂਕਿ ਨਾਮ ਨੇ ਅੰਦਰ ਬਹੁਤ ਵੱਡਾ ਇੱਕ ਗਿਆਨ ਪੈਦਾ ਕਰਨਾ ਹੈ। ਜਿਹਨੂੰ ਮਹਾਰਾਜ ਕਹਿੰਦੇ ਕਿ ਸਹਿਜੇ ਨਾਮ ਧਿਆਈਏ ਗਿਆਨ ਰਤਨ ਪ੍ਰਗਟ ਹੋਏ। ਧਿਆਉਂਦਿਆਂ ਹੀ ਰੱਬ ਨੂੰ ਅੰਦਰ ਗਿਆਨ ਅਵਸਥਾ ਬਣ ਜਾਣੀ ਆ। ਅਤੇ ਉਹਨੂੰ ਹੀ ਮਹਾਰਾਜ ਨੇ ਕਿਹਾ ਕਿ ਸੁਣਿਆ ਜੋਗ ਜੁਗਤ ਤਨ ਭੇਦ। ਭੇਦ ਕਹਿ ਲਓ, ਗਿਆਨ ਕਹਿ ਲਓ, ਕਿ ਫਲਾਨੀ ਚੀਜ਼ ਦਾ ਮੈਨੂੰ ਭੇਦ ਹੋ ਗਿਆ, ਪਤਾ ਲੱਗ ਗਿਆ, ਭੇਦ ਹੋ ਗਿਆ, ਜਾਂ ਕਹਿ ਲਓ ਗਿਆਨ ਹੋ ਗਿਆ। ਗੱਲ ਇੱਕ ਹੀ ਆ, ਅਰਥ ਇੱਕ ਹੀ ਆ। ਮਰ ਕਹਿੰਦੇ ਮੰਨੇ ਸੁਰਤ ਹੋਵੈ, ਸੁਰਤ ਹੋ ਜਾਂਦੀ, ਗਿਆਨ ਹੋ ਜਾਂਦਾ, ਭੇਦ ਹੋ ਜਾਂਦਾ। ਕਿਸ ਚੀਜ਼ ਦਾ ਭੇਦ ਹੁੰਦਾ ਹੈ? ਹਰੇਕ ਦਾ ਹੀ ਭੇਦ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਬ੍ਰਹਮ ਗਿਆਨੀ ਨੂੰ ਹਰੇਕ ਚੀਜ਼ ਦਾ ਹੀ ਗਿਆਨ ਹੋ ਜਾਂਦਾ ਹੈ। ਕਬੀਰ ਸਾਹਿਬ ਜੀ ਦਾ ਇੱਕ ਵਾਕ ਆਉਂਦਾ ਹੈ, ਉਹ ਕਹਿੰਦੇ ਨੇ ਕਹਿਤ ਕਬੀਰ ਜੋ ਇਸ ਪਦ ਬੂਝੇ, ਰਾਮ ਰਮਤ ਤਿਸ ਸਭ ਕਿਸ ਸੂਝੇ। ਰਾਮ ਰਮਤ, ਜਿਹੜਾ ਰਾਮ ਨੂੰ ਰਮੇ ਜਾਏਗਾ, ਜੱਪੀ ਜਾਏਗਾ, ਤਿਸ ਸਭ ਕਿਸ ਸੂਝੇ, ਉਹਨੂੰ ਸਭ ਕੁਝ ਸੋਝੀ ਹੋ ਜਾਣੀ ਹੈ। ਕਹੋ ਕਬੀਰ ਗੁਰ ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਗੁਰੂ ਨੇ ਸੋਝੀ ਦੇ ਦਿੱਤੀ ਹੈ। ਅਤੇ ਜਦੋਂ ਸੋਝੀਵਾਨ ਵਿਅਕਤੀ ਗੱਲਾਂ ਕਰਨਗੇ, ਫਿਰ ਬੇਸਮਝਾਂ ਨੂੰ ਉਹਦੀ ਸਮਝ ਨਹੀਂ ਆਉਣੀ।
ਜਿਹੜਾ ਕਬੀਰ ਸਾਹਿਬ ਨੇ ਕਿਹਾ ਨਾ ਕਿ ਰਾਮ ਰਮਤ ਤਿਸ ਸਭ ਕੁਛ ਸੂਝੇ, ਕਹਿਤ ਕਬੀਰ ਜੋ ਇਸ ਪਦ ਬੂਝੇ। ਜਿਹੜੀ ਮੰਨਣ ਵਾਲੀ ਅਵਸਥਾ 'ਚ ਚਲ ਜਾਂਦਾ ਕਬੀਰ ਸਿੰਘ ਦੇ ਰਾਮ ਰਮਦਿਆਂ ਰਮਦਿਆਂ ਉਸ ਨੂੰ ਸਭ ਕੁਛ ਪਤਾ ਲੱਗ ਜਾਂਦਾ ਹੈ। ਅਤੇ ਫਿਰ ਉਹ ਬੜੀਆਂ ਉੱਚੇ ਦੀਆਂ ਗੱਲਾਂ ਕਰਦੇ, ਉੱਚੀਆਂ ਗੱਲਾਂ ਕਰਦੇ ਨੇ, ਦੁਨੀਆਦਾਰ ਨੂੰ ਉਸ ਰਮਜਾਂ ਸਮਝ ਨਹੀਂ ਆਉਂਦੀਆਂ। ਕਬੀਰ ਸਾਹਿਬ ਨੇ ਨਾ ਇਹਦੇ ਵਿੱਚ ਇੱਕ ਗੱਲ ਕਹੀ ਹੈ, ਉਹ ਕਹਿੰਦੇ ਨੇ ਪਹਿਲਾਂ ਪੂਤ ਪਛੇਰੀ ਮਾਈ। ਕਹਿੰਦੇ ਪਹਿਲਾਂ ਪੁੱਤ ਜੰਮਿਆ ਅਤੇ ਪੁੱਤ ਤੋਂ ਬਾਅਦਾਂ ਫਿਰ ਮਾਂ ਜੰਮੀ ਆ। ਇਸ ਤਰ੍ਹਾਂ ਧਰਤੀ 'ਤੇ ਕਦੀ ਹੋਇਆ ਹੀ ਨਹੀਂ ਹੈ। ਪੁੱਤ ਪਹਿਲਾਂ ਜੰਮੇ, ਮਾਂ ਬਾਅਦਾਂ ਜੰਮੇ, ਇਸ ਤਰ੍ਹਾਂ ਤਾਂ ਹੋਇਆ ਹੀ ਨਹੀਂ ਹੈ। ਪਰ ਕਬੀਰ ਸਾਹਿਬ ਇੱਥੇ ਕਹਿੰਦੇ ਨੇ ਪਹਿਲਾਂ ਪੂਤ ਪਛੇਰੀ ਮਾਈ, ਪਿੱਛੋਂ ਮਾਂ ਜੰਮੀ, ਪਹਿਲੋਂ ਪੁੱਤ ਜੰਮਿਆ ਹੈ। ਇਹਦਾ ਉਹਨੂੰ ਅਰਥ ਕਰਨਾ ਪੈਣਾ ਹੈ। ਪਹਿਲਾਂ ਕੀ ਸੀ, ਮਨ ਇੱਕ ਪੁੱਤ ਵਾ, ਅਤੇ ਮਨ ਪੁੱਤ ਦੇ ਵਿੱਚੋਂ ਮਾਇਆ ਰੂਪੀ ਮਾਂ ਨੇ ਜਨਮ ਲਿਆ ਏ। ਮਨ ਕੀ ਆ, ਇੱਕ ਪੁੱਤ ਵਾ। ਇਸ ਮਨ ਦੇ ਵਿੱਚੋਂ ਪੁੱਤ ਨੇ, ਮਨ ਰੂਪੀ ਪੁੱਤ ਦੇ ਵਿੱਚੋਂ ਮਾਂ ਨੇ ਜਨਮ ਲਿਆ ਏ। ਪਹਿਲਾਂ ਪੂਤ, ਹਾਲਾਂਕਿ ਪਹਿਲਾਂ ਮਾਂ ਹੁੰਦੀ ਆ। ਕਬੀਰ ਸਿੰਘ ਕਹਿੰਦੇ ਨਹੀਂ, ਪਹਿਲਾਂ ਪੁੱਤ ਜੰਮਿਆ ਹੈ, ਪਹਿਲਾਂ ਮਨ ਜੰਮਿਆ ਹੈ, ਮਨ ਪੈਦਾ ਹੋਇਆ ਅਤੇ ਮਨ ਵਿੱਚੋਂ ਮਾਇਆ ਪੈਦਾ ਹੋਈ ਹੈ, ਮਾਂ ਜੰਮੀ ਹੈ, ਅਤੇ ਮਾਇਆ ਨੂੰ ਮਾਂ ਕਹਿੰਦੇ ਨੇ। ਹਾਲਾਂਕਿ ਸੰਸਾਰੀ ਤੌਰ 'ਤੇ ਜਦੋਂ ਅਸੀਂ ਵੇਖਦੇ ਹਾਂ ਕਿ ਮਾਂ ਇੱਕ ਪੁੱਤ ਨੂੰ ਜਨਮ ਦਿੰਦੀ, ਕਬੀਰ ਸਾਹਿਬ ਕਹਿੰਦੇ ਇੱਥੇ ਉਲਟ ਹੋਇਆ ਹੈ, ਪੁੱਤ ਨੇ ਮਾਂ ਨੂੰ ਜਨਮ ਦਿੱਤਾ ਹੈ, ਮਨ ਵਿੱਚੋਂ ਮਾਇਆ ਪੈਦਾ ਹੋਈ ਹੈ। ਤੇ ਗੁਰ ਲਾਗੋਂ ਚੇਲੇ ਕੀ ਪਾਈ, ਗੁਰੂ ਜਿਹੜਾ ਉਹ ਚੇਲੇ ਨੂੰ ਮੱਥਾ ਟੇਕਣ ਦੇ ਆਏ। ਇਸ ਤਰ੍ਹਾਂ ਤੇ ਹੋਇਆ ਹੀ ਨਹੀਂ ਹੈ। ਹਮੇਸ਼ਾ ਚੇਲਾ ਹੀ ਗੁਰੂ ਦੇ ਚਰਨੀ ਲੱਗਦਾ ਹੈ, ਪਰ ਇੱਥੇ ਗੁਰੂ ਚੇਲੇ ਦੀ ਚਰਨੀ ਲੱਗਾ ਹੋਇਆ ਵਾ। ਜਿੱਦਣ ਕਰਤਾਰਪੁਰ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਲਹਿਣੇ ਨੂੰ ਮੱਥਾ ਟੇਕਿਆ ਸੀ ਅਤੇ ਇਹ ਕਿਹਾ ਸੀ ਵੀ ਇਹ ਗੁਰੂ ਆ ਹੁਣ, ਮੱਥਾ ਚੇਲੇ ਨਹੀਂ ਟੇਕਿਆ ਸੀ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਗੁਰ ਲਾਗੋਂ ਲਾਗੋ ਚੇਲੇ ਕੀ ਪਾਈ। ਹਾਲਾਂਕਿ ਚੇਲੇ ਦਾ ਧਰਮ ਹੁੰਦਾ ਹੈ, ਚੇਲੇ ਦਾ ਫਰਜ਼ ਹੁੰਦਾ, ਸਿੱਖ ਦਾ ਫਰਜ਼ ਹੁੰਦਾ ਗੁਰੂ ਦੇ ਚਰਨੀ ਲੱਗੇ, ਪਰ ਉਲਟ ਹੋਇਆ ਇੱਥੇ ਗੁਰੂ ਚੇਲੇ ਦੀ ਚਰਨੀ ਪਿਆ ਹੋਇਆ ਵਾ। ਬਾ ਕਮਾਲ। ਇਹ ਕਦੋਂ ਪਤਾ ਲੱਗਦਾ, ਜਦੋਂ ਮੰਨੇ ਸਗਲ ਭਵਨ ਕੀ ਸੁੱਧ ਹੋ ਜਾਂਦੀ ਆ, ਮੰਨੇ ਸੁਰਤ ਹੋਵੇ ਮਨ ਬੁੱਧ ਹੋ ਜਾਂਦੀ। ਜਦੋਂ ਇਹ ਉਦੋਂ ਪਤਾ ਲੱਗਦਾ ਹੈ, ਜਿਹੜਾ ਕਿ ਨਾ ਗੁਰ ਲਾਗੋਂ ਚੇਲੇ ਕੀ ਪਾਈ। ਚੇਲਾ ਮਤਲਬ ਮਨ, ਗੁਰੂ ਕਿਹੜਾ ਹੈ, ਆਤਮਾ। ਸਾਡੀ ਆਤਮਾ ਇਸ ਮਨ ਰੂਪੀ ਚੇਲੇ ਦੇ ਅਧੀਨ ਹੋ ਕੇ ਚੱਲਣ ਦਈ ਆ। ਹਾਲਾਂਕਿ ਮਨ ਨੇ ਆਤਮਾ ਦੇ ਅਧੀਨ ਚੱਲਣਾ ਸੀ, ਗੁਰੂ ਦੇ ਚਰਨੀ ਲੱਗਣਾ ਸੀ। ਇਹ ਉਲਟ ਕੰਮ ਹੋਇਆ ਪਿਆ ਇੱਥੇ ਦਾ। ਦੇਖਤ ਕੁਤਰਾ ਲੈ ਗਈ ਬਲਾਈ। ਇਹ ਇਕੱਲਾ ਬਾਹਰ ਦਾ ਭੇਦ ਨਹੀਂ ਹੁੰਦਾ। ਸੰਤਾਂ ਨੂੰ, ਮਹਾਂਪੁਰਖਾਂ, ਬ੍ਰਹਮ ਗਿਆਨੀਆਂ ਨੂੰ, ਉਹਨਾਂ ਨੂੰ ਸਰੀਰ ਦਾ ਵੀ ਭੇਦ ਲੱਗ ਜਾਂਦਾ ਵੀ ਇਹ ਸਰੀਰ ਵਿੱਚ ਕੀ ਹੋਣਦੇ ਆ। ਇਹ ਕੁਛ ਹੁੰਦੇ ਆ ਸਰੀਰ ਵਿੱਚ ਵੀ। ਮੰਨੇ ਸਗਲ ਭਵਨ ਕੀ ਸੁੱਧ ਤਾਂ ਹੁੰਦੀ ਹੈ, ਤੇ ਤਨ ਦਾ ਭੇਦ ਵੀ ਚੱਲਦਾ ਹੈ। ਦੇਖਤ ਕੁਤਰਾ, ਕਬੀਰ ਸਿੰਘ ਨੇ ਮੈਂ ਵੇਖਣ ਦਿਆਂ ਇੱਕ ਕੁੱਤਾ ਸੀ ਅਤੇ ਉਹਨੂੰ ਬਿੱਲੀ ਫੜ ਕੇ ਲੈ ਗਈ। ਹਾਲਾਂਕਿ ਬਿੱਲੀ ਕੁੱਤੇ ਨੂੰ ਵੇਖ ਕੇ ਭੱਜ ਜਾਂਦੀ ਹੈ। ਕਬੀਰ ਸਿੰਘ ਦੇ ਮੈਂ ਵੇਖਿਆ ਕਿ ਦੇਖਤ ਕੁਤਰਾ ਲੈ ਗਈ ਬਿਲਾਈ, ਬਿੱਲੀ ਲੈ ਗਈ ਕੁੱਤਰੇ ਨੂੰ। ਇਹ ਸਾਡੇ ਅੰਦਰ ਇੱਕ ਤ੍ਰਿਸ਼ਨਾ ਰੂਪੀ ਬਿੱਲੀ ਹੈ।
ਇਹ ਮਹਾਂਪੁਰਖ ਬੜੀਆਂ ਰਮਜ ਦੀਆਂ ਗੱਲਾਂ ਕਰਦੇ ਨੇ, ਫਿਰ ਸਾਨੂੰ ਸਮਝ ਨਹੀਂ ਆਉਂਦੀ। ਸਾਡੇ ਅੰਦਰ ਇੱਕ ਤ੍ਰਿਸ਼ਨਾ ਦੀ ਬਿੱਲੀ ਹੈ, ਅਤੇ ਸੰਤੋਖੀ ਕੁੱਤੇ ਨੂੰ ਸੰਤੋਖੀ ਮੰਨਿਆ ਗਿਆ ਹੈ। ਮਾਲਕ ਉਹਨੂੰ 2 ਰੋਟੀਆਂ ਪਾ ਦੇ, 4 ਪਾ ਦੇ, 1 ਪਾ ਦੇ, 5 ਪਾ ਦੇ, ਕਦੀ ਉਹ ਮਾਲਕ ਦੇ ਉਲਟ ਨਹੀਂ ਜਾਂਦਾ। ਕਦੀ ਆਂਢ ਗੁਆਂਢ ਨੂੰ ਨਹੀਂ ਉਲਾਮਾ ਦਿੰਦਾ ਕਿ ਮੈਨੂੰ ਮਾਲਕ ਰੋਟੀ ਨਹੀਂ ਪਾਉਂਦਾ। ਉਹਨੂੰ ਸੰਤੋਖੀ ਮੰਨਿਆ ਹੈ। ਠੀਕ ਠੀਕ ਕੋਈ ਹੁੰਦੇ ਨੇ ਕੁੱਤੇ ਜਿਹੜੇ ਬੇਸਬਰੇ ਹੁੰਦੇ ਨੇ, ਬਹੁਤੇ ਸਬਰ ਵਾਲੇ ਹੀ ਹੁੰਦੇ ਨੇ। ਇਹ ਅੰਦਰ ਮਨੁੱਖ ਦੀਆਂ ਬਿਰਤੀਆਂ ਨੇ, ਤ੍ਰਿਸ਼ਨਾਲੂ ਬਿਰਤੀਆਂ ਜਦੋਂ ਪੈਦਾ ਹੁੰਦੀਆਂ ਨੇ, ਫਿਰ ਇਹ ਸੰਤੋਖ ਨੂੰ ਖਾ ਜਾਂਦੀਆਂ ਨੇ। ਦੇਖਤ ਕੁੱਤਰਾ, ਮੈਂ ਵੇਖਣ ਦਿਆਂ ਸਾਹਮਣੇ ਇੱਕ ਕੁੱਤਾ ਖਲੋਤਾ ਸੀ, ਇੱਕ ਬਿੱਲੀ ਆਈ, ਉਹਨੂੰ ਫੜ ਕੇ ਲੈ ਗਈ ਧੌਣਾ, ਅਤੇ ਉਹਨੇ ਮਾਰ ਛੱਡਿਆ, ਮੁਕਾ ਛੱਡਿਆ। ਹਾਲਾਂਕਿ ਬਿੱਲੀ ਇਸ ਤਰ੍ਹਾਂ ਕਰ ਨਹੀਂ ਸਕਦੀ। ਅਥਵਾ ਸਾਡੇ ਅੰਦਰ ਜਿਹੜੀ ਤ੍ਰਿਸ਼ਨਾਲੂ ਬਿਰਤੀ ਆ, ਮਾਨੋ ਇੱਕ ਇਹ ਬਿੱਲੀ ਆ, ਅਤੇ ਸੰਤੋਖ ਰੂਪੀ ਕੁੱਤਾ ਸਾਡਾ ਜਿਹੜਾ, ਇਸ ਨੂੰ ਇੱਕ ਫੜ ਕੇ ਲੈ ਗਈ। ਹੈ ਨਹੀਂ ਸੰਤੋਖ ਸਾਡੇ ਕੋਲ। ਜਿੱਦਾਂ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕੀਤਾ, ਇਹ ਮੈਂ ਕਹਿ ਰਿਹਾ ਸੀ ਕਿ ਮੰਨੇ ਸੁਰਤੋ ਵੈ, ਮਨ ਬੁੱਧ ਆ। ਬੁੱਧ ਮੈਨੇ ਜਾਗਰਤੀ, ਜਿਹਨਾਂ ਕਹਿੰਦੇ ਮਹਾਤਮਾ ਬੁੱਧ। ਹਾਲਾਂਕਿ ਉਹਦਾ ਨਾਮ ਮਹਾਤਮਾ ਬੁੱਧ ਨਹੀਂ ਹੈ, ਨਾਂ ਉਹਦਾ ਹੋਰ ਵਾ। ਬੁੱਧ ਮੈਨੇ ਜਾਗਰਤੀ, ਸਮਝ। ਅਤੇ ਜਿਹਦੇ ਕੋਲ ਸਮਝ ਨਾ ਹੋਵੇ ਉਹਨੂੰ ਕਹਿੰਦੇ ਨੇ ਬੁੱਧੂ। ਇਸ ਤਰ੍ਹਾਂ ਇਹ ਜਿਸ ਤਰ੍ਹਾਂ ਜਪਜੀ ਸਾਹਿਬ ਜੇ ਕਰੀ ਹੋਰ ਆਉਂਦਾ ਕਿ ਆਖੇ ਕੇਤੇ ਕੀਤੇ ਬੁੱਧ, ਆਖੇ ਕੇਤੇ ਕੀਤੇ ਬੁੱਧ। ਬੁੱਧ ਮਨੇ ਗਿਆਨਵਾਨ। ਬੜੇ ਰੱਬ ਨੇ ਗਿਆਨੀ ਪੈਦਾ ਕੀਤੇ ਨੇ, ਅਤੇ ਬੜੇ ਉਹਨੂੰ ਆਖਣ ਦਏ ਨੇ। ਆਖੇ ਕੇਤੇ, ਉਹਦੇ ਪੈਦਾ ਕੀਤੇ ਹੋਏ, ਕੀਤੇ ਬੁੱਧ, ਬੁੱਧ ਮਨੇ ਗਿਆਨਵਾਨ। ਅਤੇ ਸੁਰਤੀ ਬਿਰਤੀ ਜਦੋਂ ਬੁੱਧ, ਜਦੋਂ ਮਨ ਬੁੱਧ ਹੁੰਦੀ ਹੈ, ਮਨ ਗਿਆਨਵਾਨ ਹੁੰਦਾ ਹੈ, ਸੁਰਤੀ ਗਿਆਨਵਾਨ ਹੁੰਦੀ ਹੈ, ਉਦੋਂ ਫਿਰ ਸਰੀਰ ਵਿੱਚ ਤਬਦੀਲੀ ਆਉਂਦੀ ਹੈ। ਅਤੇ ਮੈਂ ਕਹਿ ਰਿਹਾ ਦੇਖਤ ਕੁੱਤਰਾ, ਅਤੇ ਗੁਰੂ ਅਰਜਨ ਦੇਵ ਨੇ ਇਸ ਤਰ੍ਹਾਂ ਦਾ ਹੀ ਢੁਕਦਾ ਢੁਕਦਾ ਇੱਕ ਸ਼ਬਦ ਉਚਾਰਨ ਕੀਤਾ। ਉਹ ਕਹਿੰਦੇ ਨੇ ਮਹਾਂ ਕਸਾਬ ਸੂਰੀ ਸੱਟ ਪਾਈ, ਦੀਸਤ ਮਾਸ ਨਾ ਖਾਏ ਬਲਾਈ। ਸਾਹਮਣੇ ਮਾਸ ਪਿਆ ਹੈ, ਸਾਹਮਣੇ ਚੂਹਾ ਪਿਆ ਹੈ, ਸਾਹਮਣੇ ਕਬੂਤਰ ਬੈਠਾ ਹੈ, ਬਿੱਲੀ ਖਾਂਦੀ ਨਹੀਂ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਦੀਸਤ ਮਾਸ ਨਾ ਖਾਏ ਬਲਾਈ। ਹੋਇਆ ਕਦੀ ਕਿ ਸਾਹਮਣੇ ਕੋਈ ਜਾਨਵਰ ਛੋਟਾ ਬੈਠਾ, ਚਿੜੀ ਕਾਂ ਅਤੇ ਚੂਹਾ ਬੈਠਾ ਹੋਵੇ, ਅਤੇ ਬਿੱਲੀ ਉਹਨੂੰ ਖਾਵੇ ਹੀ ਨਾ, ਬਿੱਲੀ ਉੱਧਰ ਨੂੰ ਮੂੰਹ ਹੀ ਨਾ ਕਰੇ। ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਅਰਜਨ ਦੇਵ ਕਹਿੰਦੇ ਇਸ ਤਰ੍ਹਾਂ ਹੋਣ ਦੇ ਹੈ। ਅਥਵਾ ਹੁਣ ਕੋਈ ਤ੍ਰਿਸ਼ਨਾਲੂ ਬਿਰਤੀ ਨਹੀਂ ਹੈ ਜਿਹੜਾ ਦੀਸਤ ਮਾਸ ਨਾ ਖਾਏ ਬਲਾਈ। ਤ੍ਰਿਸ਼ਨਾ ਹੁਣ ਸਾਨੂੰ ਬਿਲਕੁਲ ਨਹੀਂ ਤੰਗ ਕਰਨ ਦਈ। ਅੱਗੇ ਜਦੋਂ ਤ੍ਰਿਸ਼ਨਾ ਮਾੜਾ ਜਿਹਾ ਕੋਈ ਪਦਾਰਥ ਵੇਖਦੀ ਅਤੇ ਚੱਟ ਦੇਣੀ ਉੱਥੇ ਝਪਟ ਮਾਰਦੀ ਸੀ, ਉਸੇ ਵੇਲੇ ਉਸਨੂੰ ਹੜੱਪ ਲੈਂਦੀ ਸੀ ਬਿਰਤੀ। ਹੁਣ ਨਹੀਂ ਹੜੱਪ ਕਰਦੀ ਸਾਡੀ ਬਿਰਤੀ। ਇਹ ਬਿੱਲੀ ਨੇ ਹੁਣ ਮਾਸ ਖਾਣਾ ਛੱਡਿਆ। ਅਥਵਾ ਸਾਡੀ ਸੁਰਤ ਨੇ ਤ੍ਰਿਸ਼ਨਾ ਨੂੰ ਪਰਾਂ ਕਰ ਛੱਡਿਆ ਹੈ। ਸਾਡੀ ਸੁਰਤ ਵਿੱਚ ਤ੍ਰਿਸ਼ਨਾ ਨਹੀਂ ਹੈ ਹੁਣ। ਕਬੀਰ ਸਾਹਿਬ ਇੱਥੇ ਰਮਜ਼ ਬੜਾ ਕਹਿੰਦੇ ਨੇ ਕਿ ਦੇਖਤ ਸਿੰਘ ਚਰਾਵਤ ਗਾਈ, ਮੰਨੇ ਸੁਰਤ ਹੋਵੇ ਮਨ ਬੁੱਧ, ਤੇ ਮੰਨੇ ਸਗਲ ਭਵਨ ਕੀ ਸੁੱਧ। ਵੱਡੀ ਸੁੱਧੀ ਉਹਨੂੰ ਸਰੀਰ ਦੀ ਹੁੰਦੀ ਆ ਕਿ ਦੇਖਤ ਸਿੰਘ ਚਰਾਵਤ ਗਾਈ। ਮੈਂ ਸਾਹਮਣੇ ਵੇਖ ਰਿਹਾ ਇੱਕ ਸ਼ੇਰ ਵਾ, ਅਤੇ ਸ਼ੇਰ ਬੱਕਰੇ ਗਾਈਆਂ ਨੂੰ ਚਰਾਉਣ ਦੇ ਆਏ। ਜਿੱਦਾਂ ਕਬੀਰ ਸਾਹਿਬ ਨੇ ਕਿਹਾ, ਮੇਰੇ ਸਾਹਮਣੇ ਇੱਕ ਬਿੱਲੀ ਕੁੱਤੇ ਨੂੰ ਫੜ ਕੇ ਲੈ ਗਈ, ਅਤੇ ਦੂਸਰਾ ਦੇਖਤ ਸਿੰਘ, ਮੇਰੇ ਸਾਹਮਣੇ ਇੱਕ ਸ਼ੇਰ ਖਲੋਤਾ ਸੀ, ਅਤੇ ਉਹ ਗਾਈਆਂ ਦੀ ਰਾਖੀ ਕਰਨ ਦਿਆ ਸੀ, ਗਾਈਆਂ ਨੂੰ ਚਰਾਉਣ ਦਿਆ ਸੀ। ਮਨ ਜਿਹੜਾ ਇੱਕ ਸ਼ੇਰ ਵਾ,
ਤੇ ਇੰਦਰੀਆਂ ਰੂਪੀ ਗਾਈਆਂ ਦੇ ਗੁਲਾਮ ਹੋ ਚੁੱਕਾ ਹੈ। ਹਾਲਾਂਕਿ ਇਹ ਐਡਾ ਗਿਆਨਵਾਨ ਸੀ, ਇਹਦੇ ਲਾਗੇ ਤੇ ਗਾਈਆਂ ਆਉਣੀਆਂ ਨਹੀਂ ਚਾਹੀਦੀਆਂ, ਤੇ ਇਹ ਇੰਦਰੀਆਂ ਦਾ ਗੁਲਾਮ ਹੋਇਆ ਪਿਆ, ਤੇ ਇੰਦਰੀਆਂ ਦੇ ਰਸਾਂ 'ਚ ਫਸਿਆ ਪਿਆ ਇਹ ਮਨ ਵੀ ਸਾਡਾ। ਤਾਂ ਇਹ ਉਦੋਂ ਪਤਾ ਲੱਗਦਾ ਜਦੋਂ ਮੰਨੇ ਸੁਰਤ ਹੋਵੇ ਮਨ ਬੋਧਾ। ਜਦੋਂ ਮਨ ਜਾਗ ਜਾਂਦਾ ਹੈ, ਜਦੋਂ ਸੁਰਤ ਹੋ ਜਾਂਦੀ ਹੈ, ਉਦੋਂ ਪਤਾ ਲੱਗਦਾ ਕਿ ਆਹ ਕੁਛ ਤਾਂ ਸਾਡੇ ਸਰੀਰ ਵਿੱਚ ਪਿਆ ਹੁੰਦਾ ਹੈ। ਦੇਖਤ ਸਿੰਘ ਚਰਾਵਤ ਗਾਈ ਤਲੇ ਜੇ ਬੈਸਾਂ ਉੱਪਰ ਸੂਲਾ। ਕਹਿਣ ਲੱਗੇ ਮੇਰੇ ਸਾਹਮਣੇ ਇੱਕ ਬੜਾ ਅਜਬ ਤਮਾਸ਼ਾ ਹੁੰਦਿਆ ਏ। ਰੁੱਖ ਦੀਆਂ ਜੜ੍ਹਾਂ ਤਾਂ ਲੱਗੀਆਂ ਹੋਈਆਂ ਨੇ, ਤੇ ਟਹਿਣੀਆਂ ਥਾਂ ਜ਼ਮੀਨ 'ਚ ਗਈਆਂ ਹੋਈਆਂ ਨੇ, ਤੇ ਜਿਹੜਾ ਮੁੱਢ ਵਾ ਤਾਂ ਵਾ। ਤਲੇ ਜੇ ਬੈਸਾਂ ਕਹਿੰਦੇ ਨੇ ਟਾਹਣੀਆਂ ਨੂੰ। ਟਾਹਣੀਆਂ ਠਾਹ ਨੂੰ ਤੁਰ ਗਈਆਂ, ਤੇ ਜੜ੍ਹਾਂ ਤੇ ਮੁੱਢ ਤਾਂ ਨੂੰ ਤੁਰ ਗਿਆ ਏ, ਉਲਟ ਹੋ ਗਿਆ ਏ। ਅਥਵਾ ਜੇ ਜੀਵਨ ਨੂੰ ਇੱਕ ਰੁੱਖ ਮੰਨ ਲਿਆ ਜਾਵੇ ਤਾਂ ਇਸ ਦਾ ਆਧਾਰ ਸਤਸੰਗ ਹੋਣਾ ਸੀ, ਪਰ ਇਸ ਦਾ ਆਧਾਰ ਕੀ ਬਣ ਗਿਆ ਹੈ? ਪਰਿਵਾਰ। ਜੀਵਨ ਦਾ ਆਧਾਰ ਕੀ ਬਣ ਗਿਆ ਹੈ? ਸੰਸਾਰ। ਜੀਵਨ ਦਾ ਆਧਾਰ ਕੀ ਬਣ ਗਿਆ ਹੈ? ਪੈਸਾ। ਇਹਦਾ ਤੇ ਆਧਾਰ ਸਤਸੰਗ ਹੋਣਾ ਸੀ। ਤੇ ਮਾਨੋ ਇਹਦੀਆਂ ਬੰਦੇ ਦੀਆਂ ਜੜ੍ਹਾਂ ਤਾਂ ਨੂੰ ਤੁਰ ਗਈਆਂ ਨੇ, ਤੇ ਟਹਿਣੀਆਂ ਠਾਹ ਰਹਿ ਗਈਆਂ ਨੇ, ਤੇ ਜਿਹਦੀਆਂ ਜੜ੍ਹਾਂ ਤਾਂ ਨੂੰ ਤੁਰ ਜਾਣ ਉਹ ਬਹੁਤਾ ਚਿਰ ਜੀਵਤ ਨਹੀਂ ਰਹਿੰਦਾ ਫਿਰ। ਅਥਵਾ ਇਹਦਾ ਜਿਹੜਾ ਆਧਾਰ ਹੈ, ਮੂਲ ਸਿਲਾ ਹੈ, ਧਰਮ ਨਾਮ, ਇਹ ਬਹੁਤ ਤਾਂ ਚੜ੍ਹ ਗਿਆ ਹੈ। ਤੇ ਸੰਸਾਰ ਦੇ ਆਸਰੇ ਇਹ ਟਹਿਣੀਆਂ ਜਿਹੜੀਆਂ ਮਾਨੋ ਸੰਸਾਰ ਇੱਕ ਟਹਿਣੀਆਂ ਵਾ, ਤੇ ਇਹਦੇ ਆਸਰੇ ਇਹ ਜ਼ਿੰਦਗੀ ਕੱਟ ਰਿਹਾ, ਤੇ ਇਹ ਰੁੱਖ ਬਹੁਤਾ ਚਿਰ ਨਹੀਂ ਜੀਵਤ ਰਹੇਗਾ। ਜਿਸ ਕੇ ਪੇੜ ਲੱਗੇ ਫਲ ਫੂਲਾ, ਤੇ ਜਿਸ ਰੁੱਖ ਦੀਆਂ ਟਹਿਣੀਆਂ ਜ਼ਮੀਨ 'ਚ ਹੋਣ ਤੇ ਜੜ੍ਹਾਂ ਤਾਂ ਆਕਾਸ਼ ਨੂੰ ਗਈਆਂ ਹੋਣ, ਉਹਨੂੰ ਕੋਈ ਫੁੱਲ ਫਲ ਲੱਗਦਾ ਹੈ? ਜਿਹਦਾ ਆਧਾਰ ਸੰਸਾਰ ਹੋਵੇ ਤੇ ਉਸ ਬੰਦੇ ਦੇ ਹੱਥ ਪੱਲੇ ਕੁਛ ਆਉਂਦਾ, ਸੰਸਾਰ ਤੋਂ ਕੱਖ ਨਹੀਂ ਹੈ। ਚੱਲੇ ਜਵਾਰੀ ਦੋਵੇਂ ਹੱਥ ਝਾਰ, ਕਹਿਤ ਕਬੀਰ ਕਿਛ ਗੁਣ ਵਿਚਾਰ। ਇਹ ਉਦੋਂ ਪਤਾ ਲੱਗਦਾ ਜਦੋਂ ਮੰਨੇ ਸਗਲ ਭਵਨ ਕੀ ਸੋਧਾ। ਸਾਰੇ ਭਵਨ ਦੀ ਸੁੱਧੀ ਹੋ ਜਾਂਦੀ ਹੈ। ਐਡਾ ਵੱਡਾ ਗਿਆਨ ਉਸ ਵਿਅਕਤੀ ਕੋਲ ਹੁੰਦਾ ਜਿਹਦੇ ਮਨ ਵਿੱਚ ਰੱਬ ਦਾ ਨਾਮ ਹੁੰਦਾ ਹੈ। ਤੇ ਨਾਮ ਦਾ ਸਦਕਾ ਫਿਰ ਅਗਲੀ ਤੁਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਿਖੀ ਹੈ ਕਿ ਮੰਨੇ ਮੋਹ ਚੋਟਾਂ ਨਾ ਖਾਏ। ਮੋਹ ਚੋਟਾਂ, ਮਨੁੱਖ ਨੂੰ ਬੜੀਆਂ ਚੋਟਾਂ ਵੱਜਦੀਆਂ ਨੇ। ਦੁੱਖ ਕੀ ਆ? ਇੱਕ ਚੋਟ ਹੀ ਆ। ਬੜੀਆਂ ਚੋਟਾਂ ਪੈਂਦੀਆਂ ਜ਼ਿੰਦਗੀ 'ਚ। ਜਿਨ੍ਹਾਂ ਘਰਾਂ ਦੇ ਘਰ ਵਿੱਚ ਕੋਈ ਪਾਗਲ ਜੰਮੇ ਨੇ, ਉਹਨਾਂ ਨੂੰ ਪੁੱਛੋ ਇਹ ਕਿੰਨੀਆਂ ਚੋਟਾਂ ਪੈ ਰਹੀਆਂ ਜ਼ਿੰਦਗੀ ਵਿੱਚ। ਜਿਨ੍ਹਾਂ ਦੇ ਘਰਾਂ ਵਿੱਚ ਕੋਈ ਅਪਾਹਜ ਨੇ, ਵੇਖ ਕੇ ਦੰਗ ਰਹਿ ਜਾਈਦਾ ਵੀ ਕਿਸ ਤਰ੍ਹਾਂ ਦੀ ਜ਼ਿੰਦਗੀ, ਲੋਕ ਕਿਸ ਤਰ੍ਹਾਂ ਜ਼ਿੰਦਗੀ ਕੱਟ ਰਹੇ ਨੇ। ਇੰਨੀਆਂ ਮਾਰਾਂ ਪੈਂਦੀਆਂ ਕੇਤਿਆਂ ਦੁੱਖ ਪੂਕ ਸਦਮਾਰ, ਇਹ ਪੀਧਾ ਤੇਰੀ ਦਾਤਾਰ। ਕੋਈ ਸਾਥੀ, ਕੋਈ ਪਰਿਵਾਰਕ ਮੈਂਬਰ ਚੜ੍ਹਾਈ ਕਰ ਗਿਆ ਤੇ ਮਾਨੋ ਇੱਕ ਬੰਦੇ ਨੂੰ ਬਹੁਤ ਵੱਡੀ ਚੋਟ ਵੱਜ ਗਈ ਆ, ਬਹੁਤ ਵੱਡੀ ਮਾਰ ਪੈ ਗਈ ਆ। ਕੋਈ ਧਨ ਦੌਲਤ ਹੱਥੋਂ ਨਿਕਲ ਗਈ ਆ ਤੇ ਮਾਨੋ ਬਹੁਤ ਵੱਡੀ ਇੱਕ ਚੋਟ ਪੈ ਗਈ ਆ। ਕੋਈ ਮਾਨ ਸਨਮਾਨ ਹੱਥੋਂ ਜਾਂਦਾ ਰਿਹਾ ਤੇ ਬਹੁਤ ਵੱਡੀ ਇੱਕ ਚੋਟ ਪੈ ਗਈ ਉਸ ਨੂੰ। ਇੱਕ ਚੋਟਾਂ ਥੋੜ੍ਹੀਆਂ ਨੇ, ਬੜੀਆਂ ਚੋਟਾਂ ਨੇ। ਕੋਈ ਹਾਰ ਗਿਆ, ਉਹ ਚੋਟ ਨਹੀਂ, ਚੋਟ ਵੱਜ ਗਈ, ਉਸ ਹਾਰ ਨਹੀਂ ਸਕਦਾ। ਕੱਲ੍ਹ ਹੀ ਕੋਈ ਟੀਚਰ, ਕੋਈ ਜਨਾਨੀ ਆ, ਤੇ ਉਸਨੇ ਘਰ ਆਣ ਕੇ ਫਾਹ ਲਿਆ, ਤੇ ਫਾਹ ਲੈਣ ਤੋਂ ਪਹਿਲਾਂ ਲਿਖ ਗਈ ਕਿ ਮੈਨੂੰ ਸਕੂਲ ਵਿੱਚ ਕਿਸੇ ਟੀਚਰ ਨਹੀਂ, ਇਸਤਰੀ ਨਹੀਂ ਮੈਨੂੰ ਮੇਰਾ ਅਪਮਾਨ ਕਰ ਦਿੱਤਾ। ਉਹਨੇ ਕਿਹਾ ਤੂੰ ਲੇਟ ਕਿਉਂ ਆਈ ਆ? ਤੇ ਮੈਂ ਆਪਣਾ ਅਪਮਾਨ ਸਹਾਰ ਨਹੀਂ ਸਕਦੀ, ਤੇ ਮੈਂ ਫਾਹ ਲੈਣ ਲੱਗੀ ਹਾਂ।
ਛੋਟੀਆਂ ਛੋਟੀਆਂ ਗੱਲਾਂ ਕਿੰਨੀਆਂ ਕਿੰਨੀਆਂ ਵੱਡੀਆਂ ਚੋਟਾਂ ਮਾਰਦੀਆਂ ਨੇ ਇਹਨਾਂ ਲੋਕਾਂ ਨੂੰ। ਕਿਉਂ? ਇਹਨਾਂ ਰੱਬ ਦਾ ਨਾਮ ਨਹੀਂ ਮੰਨਿਆ। ਗੁਰੂ ਨਾਨਕ ਸਾਹਿਬ ਨੂੰ ਥੋੜ੍ਹੀਆਂ ਚੋਟਾਂ ਪਈਆਂ ਧਰਤੀ ਉੱਤੇ, ਸਿਰਫ ਇੰਨਾ ਹੀ ਨਾਲਦਿਆਂ ਨੇ ਕਹਿ ਤਾ ਵੀ ਤੂੰ ਲੇਟ ਆਈ ਅਤੇ ਸਕੂਲੇ ਕਿਉਂ ਲੇਟ ਆਈ, ਅਤੇ ਆਪਣੀ ਬੇਇੱਜ਼ਤੀ ਸਹਾਰ ਨਹੀਂ ਸਕੀ ਤੇ ਜਾਣ ਕੇ ਘਰ ਫਾਹ ਲੈ ਲਿਆ। ਅਤੇ ਮੈਂ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੂੰ ਕਿੰਨੀਆਂ ਚੋਟਾਂ ਪਈਆਂ, ਕੋਈ ਆਖੇ ਭੂਤਨਾ ਕੋਈ ਕਹੇ ਬਤਾਲਾ। ਗੁਰੂ ਗੋਬਿੰਦ ਸਿੰਘ ਜਿੰਨੀਆਂ ਚੋਟਾਂ ਸੰਸਾਰ ਉੱਤੇ ਕਿਸੇ ਨੂੰ ਨਹੀਂ ਪੈਣੀਆਂ। ਅਨੰਦਪੁਰ ਨੇ ਰਿਹਾ, 4 ਪੁੱਤਰ ਸਨ, ਉਹ ਵੀ ਨਹੀਂ ਰਹੇ, पर फिर भी मैं बड़ी बुलंदी से गुजरा, बड़ी पस्ती से गुजरा, जहाँ से भी गुजरा बड़ी मस्ती से गुजरा। कोई चोट नहीं वजी। चोटां पईयां जरूर ने, चोटां गुरु पीरां नूं पैंदियां ने, पर चोट वो असर नहीं करदी। साडी वड्डी कमजोरी कि सानूं छोटी जी गल वड्डी चोट मार जांदी। कोई थोड़ी जी भी गल कह दे तो सानू बहुत वड्डी चोट वजदी ते असीं उस नूं सहार नहीं सकते। साहब कहंदे मन्ने मोह चोटा ना खाए। कहण लगे बंदा रब दे नाम नाल जुड़िया बेपरवाह हो जांदा ते छोटियां छोटियां चोटां फिर अबल ते पैंदियां ही नहीं है, ते जे दुनिया चोटां मारूगी ਤੇ ਅਸਰ ਨਹੀਂ ਹੋਊਗਾ। ਇਹ ਰੱਬ ਦੀ ਰਹਿਮਤ, ਉਹਦੇ ਨਾਮ ਦਾ ਸਦਕਾ। ਕਿਉਂ? ਮਨ ਪਾਵਰਫੁਲ ਹੋ ਜਾਂਦਾ ਹੈ ਨਾਮ ਨਾਲ, ਸਤ ਸੰਗ ਦੇ ਨਾਲ ਉਹਨੂੰ ਇੱਕ ਸ਼ਕਤੀ। ਕੋਈ ਸੇਠ ਸੀ ਤੇ ਉਹਨੇ ਨੌਕਰ ਰੱਖਿਆ ਸੀ, ਤੇ ਸੇਠ ਰੋਜ਼ ਸਤ ਸੰਗ ਵਿੱਚ ਆਉਂਦਾ ਸੀ ਤੇ ਗੱਲਾਂ ਸੁਣਦਾ ਸੀ ਵੀ ਕਿਸੇ ਦੀ ਕਈ ਗੱਲ ਨੂੰ ਸਹਾਰਨਾ ਚਾਹੀਦਾ ਹੈ। ਰੋਜ਼ ਮਹਾਂਪੁਰਖਾਂ ਨੇ ਬਚਨ ਕਰਨੇ, ਉਹ ਅਸਰ ਹੋਇਆ ਉੱਤੇ। ਉਹਦੇ ਨੌਕਰ ਨੇ ਇੱਕ ਦਿਨ ਉਸ ਨੂੰ ਨਾ ਮਾੜਾ ਚੰਗਾ ਕਹਿ ਦਿੱਤਾ, ਗਾਲੀਆਂ ਕੱਢਦੀਆਂ। ਕਹਿਣ ਲੱਗਾ ਵੱਡਾ ਸੇਠ ਬਣਿਆ ਫਿਰਦਾ, ਪੱਗ ਤੈਨੂੰ ਬੰਨ੍ਹਣੀ ਨਹੀਂ ਆਉਂਦੀ, ਪੱਗ ਮੈਂ ਬੰਨ੍ਹ ਕੇ ਦਿੰਦਾ ਤੈਨੂੰ, ਤੂੰ ਵੱਡਾ ਸੇਠ ਬਣਿਆ ਫਿਰਦਾ। ਗੁੱਸੇ 'ਚ ਬੰਦਾ ਫਿਰ ਬੜਾ ਕੁਝ ਉਹ ਵੀ ਕਹਿ ਦਿੰਦਾ ਜੋ ਨਹੀਂ ਕਹਿਣਾ ਹੁੰਦਾ। ਅਤੇ ਦੁਨੀਆ ਦੇ ਸਾਹਮਣੇ ਉਸ ਨੌਕਰ ਨੇ ਮਾਲਕ ਦੀ ਬੇਇੱਜ਼ਤੀ ਕਰ ਦਿੱਤੀ, ਅਤੇ ਸੇਠ ਨੇ ਅੱਗਿਓਂ ਕੁਝ ਨਹੀਂ ਕਿਹਾ। ਲੋਕੀ ਬੜੇ ਹੈਰਾਨ, ਇਹਨੂੰ ਤਾਂ ਇੱਥੋਂ ਕੱਢ ਦੇਣਾ ਚਾਹੀਦਾ ਸੀ, ਇਹਨੂੰ ਭਜਾ ਦੇਣਾ ਚਾਹੀਦਾ ਸੀ, ਇਹਨੂੰ ਮਾਰ ਦੇਣਾ ਚਾਹੀਦਾ ਸੀ, ਅਤੇ ਸੇਠ ਜੀ ਹੋਣਾ ਕੁਝ ਨਹੀਂ ਕਿਹਾ। ਅਤੇ ਉਸ ਚੀਜ਼ ਦੀ ਬੜੀ ਚਰਚਾ ਹੋਈ, ਅਤੇ ਜਿਨ੍ਹਾਂ ਦੀ ਉਹ ਸੰਗਤ ਕਰਦਾ ਸੀ ਸੇਠ, ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਫਿਰ ਸੇਠ ਨੂੰ ਪੁੱਛਿਆ ਮਹਾਂਪੁਰਖਾਂ ਨੇ ਵੀ ਤੂੰ ਇੰਨੇ ਕੌੜੇ ਬਚਨ, ਇੰਨੀਆਂ ਚੋਟਾਂ ਮਾਰੀਆਂ ਤੈਨੂੰ ਉਹਨੇ, ਤੂੰ ਕਿਵੇਂ ਸਹਾਰ ਗਿਆ? ਕਹਿਣ ਲੱਗੇ ਜੇ ਚੋਟਾਂ ਨਹੀਂ ਸਹਾਰਨੀਆਂ ਤੇ ਆਹ ਸਤ ਸੰਗਤ 'ਚ ਬਹਿਣ ਦਾ ਕੀ ਫਾਇਦਾ? ਫਿਰ ਤੁਹਾਡੇ ਕੋਲ ਆਣ ਕੇ ਬਹਿੰਦੇ ਹਾਂ, ਰੱਬ ਦਾ ਨਾਂ ਸੁਣਦੇ ਹਾਂ, ਕਹਿੰਦੇ ਹਾਂ, ਭਾਵੇਂ ਉਹਦਾ ਪਤਾ ਨਹੀਂ ਫਿਰ ਵੀ ਉਹਦਾ ਨਾਂ ਲੈਂਦੇ ਹਾਂ। ਹਨ ਜਿੱਦਾਂ ਪੜ੍ਹਿਆ ਸੀ ਕਿਸੇ ਨੇ ਕਿ ਪੱਥਰਾਂ ਦੀਆਂ ਬਿਲਡਿੰਗਾਂ ਵਿੱਚ ਜਾ ਕੇ ਬਹਿੰਦੇ, ਪਤਾ ਉਹਦਾ ਕੋਈ ਨਹੀਂ, ਫਿਰ ਵੀ ਨਾਂ ਉਹਦਾ ਲੈਂਦੇ ਆ। ਹਾਂਜੀ, ਕਹਿ ਲਗੇ ਸਤ ਸੰਗ ਦਾ ਇਹੀ ਤਾਂ ਫਾਇਦਾ ਹੈ ਕਿ ਬੰਦਾ ਇਹ ਪੈਣ ਵਾਲੀਆਂ ਚੋਟਾਂ ਨੂੰ ਬੜੇ ਸਹਿਲੇ ਤਰੀਕੇ ਦੇ ਨਾਲ ਸਹਾਰ ਸਕਦਾ ਹੈ। ਤੇ ਸਾਹਿਬ ਜੀ ਕਹਿੰਦੇ ਮੰਨੇ ਮੋਹ ਚੋਟਾਂ ਨਾ ਖਾਏ। ਬਾਹਰੋਂ ਚੋਟਾਂ ਪੈਣਗੀਆਂ, ਅੰਦਰ ਚੋਟ ਨਹੀਂ ਪਏਗੀ। ਕਿਉਂ? ਅੰਦਰ ਰੱਬ ਦਾ ਨਾਮ ਵਸਿਆ ਹੋਇਆ ਹੈ। ਗੁਰੂ ਤੇਗ ਬਹਾਦਰ ਉੱਤੇ ਗੋਲੀ ਚਲਾਈ, ਛੋਟੀ ਚੋਟ ਥੋੜ੍ਹਾ ਸੀ। ਅੱਜ ਸਾਡੇ ਨੌਜਵਾਨ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਸੜਕਾਂ 'ਤੇ ਆ ਜਾਂਦੇ ਨੇ। ਗੁਰੂ ਅਰਜਨ ਦੇਵ ਦਾ ਕਿੰਨਾ ਅਪਮਾਨ ਉਹਨਾਂ ਦੇ ਭਰਾ ਪ੍ਰਿਥੀ ਚੰਦ ਨੇ ਕੀਤਾ। ਗੁਰੂ ਤੇਗ ਬਹਾਦਰ ਨੂੰ ਮੱਥਾ ਨਹੀਂ ਟੇਕਣ ਦਿੱਤਾ। ਗੁਰੂ ਅੰਗਦ ਸਾਹਿਬ ਨੂੰ ਪਿੰਡੋਂ ਕੱਢ ਦਿੱਤਾ ਹੈ। ਛੋਟੀਆਂ ਚੋਟਾਂ ਨੇ, ਘਰੋਂ ਕੱਢਣਾ ਕਿਸੇ ਨੂੰ ਚੋਟਾਂ ਨੇ। ਪਰ ਬੇਪਰਵਾਹ ਸਦਾ ਰੰਗ ਹਰ ਕੇ, ਜਾਂ ਕੋ ਪਾਖ ਸੁਆਮੀ। ਜਿੱਥੇ ਉਹ
ਦੁਨੀਆ ਦੀਆਂ ਚੋਟਾਂ ਦਾ ਵੀ ਅਸਰ ਨਹੀਂ ਹੁੰਦਾ, ਉੱਥੇ ਦਿੱਤੇ ਮਾਣ ਸਨਮਾਨ ਦਾ ਵੀ ਕੋਈ ਅਸਰ ਨਹੀਂ ਹੈਗਾ। ਜਿੱਥੇ ਮਾਣ ਸਨਮਾਨ ਦਾ ਅਸਰ ਹੋਏਗਾ ਉੱਥੇ ਚੋਟਾਂ ਦਾ ਵੀ ਅਸਰ ਹੋਏਗਾ।